गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की कमोलक लिखत गुरु हरगोबिंद दर्शन आप जी ਨੂੰ पढ़ के सरवण करा रहे सी। आओ उसका अगला हिस्सा सरवण करने की कोशिश करिए जी। अंक चौथा, गुरु हरगोबिंद जी ते शाहजहान। ਨੂਰ ਜਹਾਨ, ਮੀਆਂ ਮੀਰ, ਵਜ਼ੀਰ ਖਾਨ ਅਤੇ ਹੋਰਾਂ ਦੇ ਸੁਹਿਰਦ ਯਤਨਾਂ ਸਦਕਾ ਦੀਵਾਨ ਚੰਦੂ ਦੀ ਪਾਰਟੀ ਦੇ ਉਕਸਾਉਣ ਉੱਤੇ ਵੀ ਜਹਾਂਗੀਰ ਗੁਰੂ ਜੀ ਤੇ ਉਹਨਾਂ ਦੇ ਸਿੱਖਾਂ ਨੂੰ ਕੋਈ ਕਸ਼ਟ ਦੇਣ ਲਈ ਪ੍ਰੇਰਿਆ ਨਾ ਜਾ ਸਕਿਆ, ਪਰ ਉਸ ਦੇ ਵਲੀਹਦ ਸ਼ਾਹਜਹਾਨ ਨੂੰ ਉਕਸਾਉਣ ਵਿੱਚ ਇਹ ਗੁਰੂ ਘਰ ਦਾ ਦੋਖੀ ਦਲ ਸਫਲ ਹੋ ਗਿਆ। ਖਾਸ ਕਰਕੇ ਅੰਮ੍ਰਿਤਸਰ ਦੇ ਨੇੜੇ ਸ਼ਾਹਜਹਾਨ ਦੇ ਸ਼ਿਕਾਰੀ ਜਥੇ ਨਾਲ ਹੋਈ ਮੁੱਠਭੇੜ ਤੋਂ ਪਿੱਛੋਂ ਇਹ ਵਿਰੋਧ ਹੋਰ ਵੀ ਵੱਧ ਗਿਆ। ਜਹਾਂਗੀਰ ਅਚਾਨਕ ਕਸ਼ਮੀਰ ਵਿੱਚ ਕਾਲਵਾਸ ਹੋ ਗਿਆ ਤੇ ਉਸ ਦੀ ਥਾਂ ਹੁਣ ਸ਼ਾਹਜਹਾਨ ਭਾਰਤ ਦਾ ਸ਼ਹਿਨਸ਼ਾਹ ਬਣ ਗਿਆ। ਸ਼ਾਹਜਹਾਨ ਨੂੰ ਗੁਰੂ ਜੀ ਨੇ ਖੁੱਲ੍ਹੇ ਤੌਰ ਤੇ ਵੰਗਾਰਿਆ ਸੀ, ਇਸ ਲਈ ਉਹ ਉਹਨਾਂ ਨਾਲ ਲੜਾਈ ਛੇੜਨ ਲਈ ਤੁਲਿਆ ਹੋਇਆ ਸੀ। ਸ਼ਾਹੀ ਫੌਜਾਂ ਤੇ ਗੁਰੂ ਦੇ ਸਿੱਖਾਂ ਵਿੱਚ ਹੋਈਆਂ ਲੜਾਈਆਂ ਗੁਰੂ ਹਰਗੋਬਿੰਦ ਜੀ ਦੇ ਸਾਰੇ ਜੀਵਨ ਕਾਲ ਵਿੱਚ ਆਉਂਦੀਆਂ ਰਹੀਆਂ ਹਨ। ਇਹਨਾਂ ਲੜਾਈਆਂ ਵਿੱਚ ਸਿੱਖ ਸਦਾ ਅਪਾਰ ਮਨੁੱਖੀ ਵੀਰਤਾ ਦਰਸਾਉਂਦੇ ਰਹੇ ਅਤੇ ਸ਼ਾਹੀ ਦਲ ਨੂੰ ਸਦਾ ਮੂੰਹ ਦੀ ਖਾਣੀ ਪੈਂਦੀ ਰਹੀ। ਗੁਰੂ ਜੀ ਅੰਮ੍ਰਿਤਸਰ ਛੱਡ ਕੇ ਕਰਤਾਰਪੁਰ ਚਲੇ ਗਏ। ਇੱਥੇ ਇੱਕ ਹੋਰ ਲੜਾਈ ਲੜਨ ਪਿੱਛੋਂ ਆਪ ਉੱਤਰ ਪੂਰਬੀ ਪੰਜਾਬ ਦੇ ਪਹਾੜੀ ਇਲਾਕੇ ਵਿੱਚ ਚਲੇ ਗਏ, ਜਿੱਥੇ ਪਹਿਲਾਂ ਹੀ ਉਹਨਾਂ ਦੇ ਸਾਹਿਬਜ਼ਾਦੇ ਨੇ ਕੀਰਤਪੁਰ ਨਾਂ ਦਾ ਨਗਰ ਵਸਾ ਦਿੱਤਾ ਸੀ। ਇਸ ਨਗਰ ਦੇ ਨੇੜੇ ਹੀ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਕੁਝ ਜ਼ਮੀਨ ਖਰੀਦ ਕੇ ਆਪਣਾ ਨਿਵਾਸ ਬਣਾਇਆ, ਜਿਸ ਨੂੰ ਉਹਨਾਂ ਨੇ ਅਨੰਦਪੁਰ ਦਾ ਨਾਂ ਦਿੱਤਾ। ਇਹ ਇਕਾਂਤ ਸਥਾਨ ਸਾਰੇ ਬਾਹਰਲੇ ਸ਼ੋਰ ਸ਼ਰਾਬੇ ਤੋਂ ਮੁਕਤ ਸੀ। ਭਾਵੇਂ ਗੁਰੂ ਜੀ ਭਾਰਤ ਦੇ ਸ਼ਹਿਨਸ਼ਾਹ ਨਾਲ ਯੁੱਧਾਂ ਵਿੱਚ ਰੁੱਝੇ ਸਨ ਅਤੇ ਵੈਰੀ ਦੇ ਅਚਾਨਕ ਹੱਲੇ ਦਾ ਸਦਾ ਖਤਰਾ ਬਣਿਆ ਰਹਿੰਦਾ ਸੀ, ਪਰ ਗੁਰੂ ਜੀ ਦਾ ਮਨ ਸਦਾ ਸ਼ਾਂਤ, ਨਿਰਭੈ ਤੇ ਅਡੋਲ ਰਹਿੰਦਾ। ਜਦੋਂ ਗੁਰੂ ਜੀ ਤੇ ਬਾਦਸ਼ਾਹੀ ਫੌਜਾਂ ਨਾਲ ਅੰਮ੍ਰਿਤਸਰ ਦੀ ਪਹਿਲੀ ਲੜਾਈ ਹੋਈ ਤਾਂ ਉਸ ਦਿਨ ਗੁਰੂ ਜੀ ਦੀ ਸਪੁੱਤਰੀ ਬੀਬੀ ਵੀਰੋ ਦਾ ਵਿਆਹ ਰਚਿਆ ਹੋਇਆ ਸੀ। ਜਦੋਂ ਗੁਰੂ ਜੀ ਦਾ ਹੋਰ ਸਾਰਾ ਪਰਿਵਾਰ ਸੁਰੱਖਿਅਤ ਥਾਂ ਤੇ ਪੁੱਜ ਗਿਆ ਤਦ ਬੀਬੀ ਵੀਰੋ ਘਰ ਦੀ ਉੱਪਰਲੀ ਛੱਤ ਤੇ ਬੇਧਿਆਨੇ ਬੈਠੀ ਰਹਿ ਗਈ। ਘਰ ਨੂੰ ਰਾਤ ਪੈਣ ਤੱਕ ਸ਼ਾਹੀ ਫੌਜਾਂ ਨੇ ਘੇਰ ਲਿਆ। ਬੀਬੀ ਵੀਰੋ ਇਕੱਲੀ ਹੀ ਘਰ ਵਿੱਚ ਬੇਖੌਫ ਤੇ ਚੁੱਪ ਬੈਠੀ ਰਹੀ। ਜਦੋਂ ਸਿੱਖਾਂ ਦਾ ਇੱਕ ਦਲ ਉਸ ਨੂੰ ਮਕਾਨ ਵਿੱਚੋਂ ਬਚਾ ਕੱਢਣ ਲਈ ਪੁੱਜਾ ਤਾਂ ਉਸਨੇ ਉਨਾ ਚਿਰ ਤੱਕ ਉਹਨਾਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਉਹਨਾਂ ਨੇ ਸ੍ਰੀ ਗੁਰੂ ਜੀ ਦੀ ਮਾਲਾ ਉਸ ਨੂੰ ਨਾ ਦਿਖਾਈ। ਫਿਰ ਉਸ ਨੂੰ ਸੁਰੱਖਿਅਤ ਉਸ ਥਾਂ ਤੇ ਪਹੁੰਚਾ ਦਿੱਤਾ ਗਿਆ ਜਿੱਥੇ ਬਾਕੀ ਪਰਿਵਾਰ ਨੇ ਸ਼ਰਨ ਲਈ ਸੀ। ਇਹ ਲੜਾਈ ਹਾਲੀ ਜਾਰੀ ਹੀ ਸੀ ਕਿ ਗੁਰੂ ਜੀ ਨੇ ਹੁਕਮ ਦਿੱਤਾ ਕਿ ਇਹ ਸ਼ਾਦੀ ਅੰਮ੍ਰਿਤਸਰ ਤੋਂ 7 ਕੋਹ ਦੂਰ ਇੱਕ ਪਿੰਡ ਝਬਾਲ ਵਿੱਚ ਕਰ ਦਿੱਤੀ ਜਾਵੇ। ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ ਗਈ ਅਤੇ ਵਿਆਹ ਬੜੀ ਸਹਿਜਤਾ ਤੇ ਖੁਸ਼ੀਆਂ ਨਾਲ ਸੰਪੂਰਨ ਹੋਇਆ। ਕੇਵਲ ਉਦੋਂ ਹੀ ਇਸ ਵਿੱਚ ਥੋੜਾ ਕਰੁਣਾ ਦਾ ਰੰਗ ਆਇਆ ਜਦੋਂ ਕਿ ਸ੍ਰੀ ਗੁਰੂ ਜੀ ਦੀ ਪ੍ਰਚਲਿਤ ਰੀਤੀ ਅਨੁਸਾਰ ਵਿਆਹੀ ਗਈ ਪੁੱਤਰੀ ਨੂੰ ਵਿਦਾ ਕੀਤਾ ਗਿਆ। ਪੰਜਾਬ ਵਿੱਚ ਧੀ ਦਾ ਵਿਆਹ ਇਹਨਾਂ ਰਾਜ ਸੀ ਜੋ ਗਰਦੀਆਂ ਤੇ ਥਰਥਲੀਆਂ ਦੇ ਸਮੇਂ ਸਦਾ ਹੀ ਦਰਦ ਭਰਿਆ ਅਵਸਰ ਬਣਿਆ ਰਿਹਾ ਹੈ। ਇਸ ਸਮੇਂ ਗੁਰੂ ਜੀ ਦੀ ਆਪਣੀ ਪੁੱਤਰੀ ਨੂੰ ਦਿੱਤੀ ਗਈ ਸਿੱਖਿਆ ਅਤ ਕੋਮਲ ਭਾਵਾਂ ਨਾਲ ਭਰਪੂਰ ਹੈ। ਅੰਕ 5ਵਾਂ ਤੇ ਅਖੀਰਲਾ, ਗੁਰੂ ਜੀ ਤੇ ਉਹਨਾਂ ਦੇ ਸਿੱਖ। ਇਸ ਤਰ੍ਹਾਂ ਨਾਲ ਗੁਰੂ ਜੀ ਇੱਕ ਬੰਨੇ ਆਪਣੀ ਸਪੁੱਤਰੀ ਦਾ ਵਿਆਹ ਕਰ ਰਹੇ ਸਨ ਅਤੇ ਦੂਜੇ ਬੰਨੇ ਲੜਾਈ ਅਤੇ ਰਣਤੱਤੇ ਵਿੱਚ ਆਪਣੇ ਘਾਇਲ ਹੋਏ ਸੁਰਬੀਰਾਂ ਨੂੰ ਬਚਾ ਕੇ ਕੱਢਣ ਵਿੱਚ ਰੁੱਝੇ ਹੋਏ ਸਨ। ਇਸ ਸਮੇਂ ਦੀ ਵਾਰਤਾ ਹੈ ਕਿ ਉਹਨਾਂ ਦੇ 2 ਸਿੱਖ ਖੂਨ ਨਾਲ ਲੱਥਪੱਥ ਸਨ। ਗੁਰੂ ਜੀ ਉਹਨਾਂ ਪਾਸ ਪੁੱਜੇ, ਉਹਨਾਂ ਦੇ ਮੂੰਹ ਪੂੰਝੇ, ਉਹਨਾਂ ਨੂੰ ਪਾਣੀ ਪਿਲਾਇਆ ਅਤੇ ਪਿਤਾ ਸਮਾਨ ਡਡੋਲ ਕੇ ਹੋ ਕੇ ਉਹਨਾਂ ਨੂੰ ਆਪਣੀ ਗਲਵਕੜੀ ਵਿੱਚ ਲਿਆ ਤੇ ਬਚਨ ਕੀਤਾ, ਮੇਰੇ ਪਿਆਰੇ ਮੋਹਨ, ਮੇਰੇ ਪਿਆਰੇ ਗੋਪਾਲ, ਦੱਸੋ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਉਹਨਾਂ ਨੇ ਉੱਤਰ ਦਿੱਤਾ, ਜੀ ਪਾਤਸ਼ਾਹ, ਤੁਸੀਂ ਦਰਸ਼ਨ ਦੇ ਕੇ ਸਾਨੂੰ ਨਿਵਾਜਿਆ, ਸਾਨੂੰ ਰੱਬ ਜੀ ਦੇ ਦਰਸ਼ਨ ਹੋ ਗਏ। ਸਾਡੀ ਇਹੀ ਅਭਿਲਾਸ਼ਾ ਸੀ ਕਿ ਅੱਖਾਂ ਮੀਟਣ ਤੋਂ ਪਹਿਲਾਂ ਹਜ਼ੂਰ ਦੇ ਦਰਸ਼ਨ ਕਰ ਲਈਏ। ਪ੍ਰਭੂ ਤੁਹਾਡੇ ਅੰਗ ਸੰਗ ਹੋਵੇ। ਤੁਸਾਂ ਭਵ ਸਾਗਰ ਨੂੰ ਪਾਰ ਕਰ ਲਿਆ ਹੈ, ਗੁਰੂ ਜੀ ਨੇ ਫਰਮਾਇਆ। ਬਿਆਸ ਦਰਿਆ ਦੇ ਨੇੜੇ ਕਰਤਾਰਪੁਰ ਵਿੱਚ ਕੌਲਾਂ ਵੀ ਬਚ ਕੇ ਪੁੱਜ ਗਈ।
ਪਰ ਉਹ ਸਖਤ ਬਿਮਾਰ ਹੋ ਗਈ। ਆਪਣੇ ਗੁਰੂ ਤੋਂ ਵਿਛੜ ਕੇ ਉਸ ਦੀ ਬਿਰਹਾ ਕੁੱਠੀ ਆਤਮਾ ਇਸ ਧਰਤੀ ਤੇ ਜਿਉਂਦੀ ਨਹੀਂ ਸੀ ਰਹਿ ਸਕਦੀ। ਵਿਛੋੜੇ ਨੇ ਉਸ ਨੂੰ ਬੁਰੀ ਤਰ੍ਹਾਂ ਨਿਢਾਲ ਕਰ ਦਿੱਤਾ। ਸ੍ਰੀ ਗੁਰੂ ਜੀ ਆਪਣੀ ਇਸ ਅਨੰਨ ਭਗਤਣੀ ਕੋਲ ਪੁੱਜੇ ਅਤੇ ਸ੍ਰੀ ਹਜ਼ੂਰ ਗੁਰੂ ਜੀ ਉੱਥੇ ਆਪ ਬਿਰਾਜਮਾਨ ਸਨ। ਜਦੋਂ ਕੌਲਾਂ ਨੇ ਪ੍ਰਾਣ ਤਿਆਗੇ, ਅੰਤ ਵੇਲੇ ਜਦੋਂ ਪਲਕਾਂ ਮੁੰਦੀਆਂ ਗਈਆਂ ਤਾਂ ਉਹਨਾਂ ਵਿੱਚ ਸ਼ੁਕਰਾਨੇ ਦਾ ਸੰਗੀਤ ਲਰਜ਼ ਰਿਹਾ ਸੀ ਕਿ ਉਸਨੇ ਅਕਾਲ ਪੁਰਖ ਦੀਆਂ ਚਰਨਾਂ ਵਿੱਚ ਜਾਨ ਦਿੱਤੀ ਹੈ। ਇੱਕ ਹੋਰ ਮਹਾਨ ਆਤਮਾ ਅੰਮ੍ਰਿਤਸਰ ਦੇ ਨੇੜੇ ਆਪਣੇ ਪਿੰਡ ਰਾਮਦਾਸ ਵਿੱਚ ਗੁਰੂ ਦਰਸ਼ਨ ਲਈ ਸਿੱਖ ਰਹੀ ਸੀ। ਭਾਈ ਬੁੱਢਾ ਜੀ ਇਸ ਸੰਸਾਰ ਦਾ ਤਿਆਗ ਕਰਨ ਵਾਲੇ ਸਨ। ਗੁਰੂ ਹਰਗੋਬਿੰਦ ਜੀ ਉਹਨਾਂ ਕੋਲ ਰਵਾਂ ਰਵੀਂ ਪੁੱਜੇ। ਆਪਣੀ ਅੰਤਮ ਯਾਤਰਾ ਨੂੰ ਆਰੰਭ ਕਰਨ ਸਮੇਂ ਗੁਰੂ ਜੀ ਦੇ ਦਰਸ਼ਨ ਕਰਕੇ ਭਾਈ ਬੁੱਢਾ ਜੀ ਗਦ-ਗਦ ਹੋ ਗਏ। ਸਤਿਗੁਰੂ ਜੀ ਨੇ ਫਰਮਾਇਆ, ਭਾਈ ਬੁੱਢਾ ਜੀ, ਤੁਸਾਂ ਪਿਛਲੇ 5 ਸਤਿਗੁਰਾਂ ਦੇ ਦਰਸ਼ਨ ਕੀਤੇ ਹਨ ਅਤੇ ਉਹਨਾਂ ਦੀ ਹਜ਼ੂਰੀ ਵਿੱਚ ਰਹੇ ਹੋ ਅਤੇ ਤੁਹਾਡਾ ਅਨੁਭਵ ਬੜਾ ਮਹਾਨ ਹੈ। ਕਿਰਪਾ ਕਰਕੇ ਸਾਨੂੰ ਕੋਈ ਉਪਦੇਸ਼ ਦਿਓ। ਭਾਈ ਬੁੱਢਾ ਜੀ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ, ਆਪ ਤਾਂ ਸੂਰਜ ਹੋ ਅਤੇ ਮੈਂ ਇੱਕ ਨਿੱਕਾ ਟਟੈਣਾ। ਆਪ ਜੀ ਨੇ ਅਪਾਰ ਕਿਰਪਾ ਕੀਤੀ ਜੋ ਆਪ ਮੈਨੂੰ ਇਸ ਮਾਇਆ ਦੇ ਭਵਸਾਗਰ ਤੋਂ ਪਾਰ ਉਤਾਰਨ ਆਏ ਹੋ। ਪਾਤਸ਼ਾਹ, ਮੈਨੂੰ ਆਪਣੀ ਪਵਿੱਤਰ ਛੋਹ ਬਖਸ਼ੋ ਅਤੇ ਮੇਰੇ ਤੇ ਨਜ਼ਰ ਕਰੋ। ਅੰਤਰਯਾਮੀ ਜੀ, ਆਪ ਸਭ ਕੁਝ ਜਾਣਨਹਾਰ ਹੋ। ਆਪ ਸੰਤਾਂ ਦੇ ਸਦਾ ਸਹਾਈ ਤੇ ਹਾਲਤ ਪਲਤ ਦੇ ਰੱਖਿਅਕ ਹੋ। ਆਪ ਸਾਖਿਆਤ ਸ੍ਰੀ ਵਾਹਿਗੁਰੂ ਹੋ। ਅਸੀਂ ਇਸ ਰਹੱਸ ਨੂੰ ਭਲੀ ਪ੍ਰਕਾਰ ਜਾਣਦੇ ਹਾਂ, ਪਰ ਕਿਵੇਂ ਆਪ ਵਰਤਮਾਨ ਸਮੇਂ ਇਸ ਸਰੀਰਕ ਜਾਮੇ ਵਿੱਚ ਚੋਜ ਵਰਤਾ ਰਹੇ ਹੋ, ਇਸ ਨੂੰ ਕੇਵਲ ਅਕਾਲ ਪੁਰਖ ਹੀ ਜਾਣਦਾ ਹੈ। ਮੈਨੂੰ ਆਸਰਾ ਦਿਓ ਅਤੇ ਇਸ ਮੌਤ ਦੇ ਦਰ ਤੋਂ ਬਿਨਾਂ ਕਸ਼ਟ ਲੰਘਣ ਵਿੱਚ ਮੇਰੇ ਸਹਾਈ ਹੋਵੋ। ਮੇਰੇ ਪਿੱਛੋਂ ਮੇਰੇ ਪੁੱਤਰ ਭਾਨਾ ਦੇ ਸਿਰ ਤੇ ਮਿਹਰ ਦਾ ਹੱਥ ਰੱਖੀ ਰੱਖਣਾ ਅਤੇ ਆਪਣੇ ਚਰਨਾਂ ਨਾਲ ਜੋੜੀ ਰੱਖਣਾ। ਮੇਰੀ ਰੱਖਿਆ ਕਰੋ, ਆਪਣੇ ਭਗਤਾਂ ਦੇ ਸਦਾ ਸਹਾਈ ਦਾਤਾਰ ਮੇਰੇ ਪ੍ਰੀਤਮ। ਸ੍ਰੀ ਗੁਰੂ ਜੀ ਨੇ ਭਾਈ ਬੁੱਢਾ ਜੀ ਦੇ ਮਸਤਕ ਤੇ ਹੱਥ ਧਰਿਆ ਤੇ ਬਚਨ ਕੀਤਾ, ਭਾਈ ਬੁੱਢਾ ਜੀ, ਆਪ ਤਾਂ ਸੱਚਖੰਡ ਦੇ ਅਮਰ ਪਾਤਰ ਪਹਿਲਾਂ ਹੀ ਬਣ ਚੁੱਕੇ ਹੋ। ਤੇ ਭਾਈ ਬੁੱਢਾ ਜੀ ਨੇ ਸਰੀਰ ਤਿਆਗ ਦਿੱਤਾ। ਜਿੱਥੇ ਸ੍ਰੀ ਗੁਰੂ ਜੀ ਆਪ ਨਾ ਪੁੱਜ ਸਕਦੇ, ਉੱਥੇ ਧਿਆਨ ਵਿੱਚ ਹੀ ਅਰਦਾਸਾਂ ਨੂੰ ਪ੍ਰਵਾਨ ਕਰ ਲੈਂਦੇ ਅਤੇ ਬਾਹਰਲੇ ਰੁਝੇਵੇਂ ਤੇ ਜ਼ਿੰਦਗੀ ਦੇ ਬਖੇੜਿਆਂ ਦਾ ਇਸ ਉੱਤੇ ਕੋਈ ਅਸਰ ਨਾ ਪੈਂਦਾ। ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤੇ ਤੇ ਮਹਾਨ ਸੰਤ ਮਨੋਹਰ ਦਾਸ ਦਾ ਗੋਇੰਦਵਾਲ ਵਿੱਚ ਦੇਹਾਂਤ ਹੋ ਗਿਆ। ਸਤਿਗੁਰੂ ਨੇ ਉਸ ਲਈ ਅਰਦਾਸ ਕੀਤੀ। ਜਦੋਂ ਉਹਨਾਂ ਦੀ ਸਮਾਧੀ ਖੁੱਲੀ ਤਾਂ ਉਹਨਾਂ ਨੇ ਬਚਨ ਕੀਤਾ, ਮਨੋਹਰ, ਮਨ ਨੂੰ ਚੁਗਣ ਵਾਲੇ, ਇਸ ਸੰਸਾਰ ਦੀ ਮਹਾਨ ਸੰਤ ਆਤਮਾ ਤੇਰੀ ਜੈ ਜੈਕਾਰ। ਗੁਰੂ ਹਰਗੋਬਿੰਦ ਜੀ ਨੇ ਬਾਬਾ ਮਨੋਹਰ ਦਾਸ ਦੇ ਸਪੁੱਤਰ ਆਨੰਦ ਰਾਏ ਜੀ ਨੂੰ ਬੁਲਾ ਭੇਜਿਆ। ਜਦੋਂ ਆਨੰਦ ਰਾਏ ਜੀ ਪੁੱਜੇ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਉਸ ਪਾਲਕੀ ਨੂੰ ਆਪ ਮੋਢਾ ਦੇ ਕੇ ਕਈ ਕਦਮ ਤੁਰਦੇ ਰਹੇ। ਆਨੰਦ ਰਾਏ ਜੀ ਪਾਲਕੀ ਤੋਂ ਉਤਰ ਗਏ ਤੇ ਸ੍ਰੀ ਗੁਰੂ ਜੀ ਨੂੰ ਨਮਸਕਾਰ ਕਰਕੇ ਬੇਨਤੀ ਕੀਤੀ, ਮੇਰੇ ਉੱਪਰ ਆਪ ਨੇ ਇੰਨਾ ਭਾਰ ਕਿਉਂ ਚੜਾਇਆ ਹੈ? ਮੈਂ ਤਾਂ ਤੁੱਛ ਜੀਵ ਹਾਂ। ਆਪ ਦੇ ਪਵਿੱਤਰ ਚਰਨਾਂ ਦੀ ਧੂੜ ਦਾ ਕਿਣਕਾ ਭਾਵੇਂ ਬਾਂਸ ਦਾ ਬ੍ਰਿਛ ਕਿੰਨਾ ਵੀ ਉੱਚਾ ਕਿਉਂ ਨਾ ਵੱਜ ਜਾਵੇ, ਉਹ ਚੰਦਨ ਦੀ ਸੁਗੰਧੀ ਦਾ ਟਾਕਰਾ ਨਹੀਂ ਕਰ ਸਕਦਾ। ਸਤਿਗੁਰੂ ਜੀ ਨੇ ਬਚਨ ਕੀਤਾ, ਪਰਮੇਸ਼ਰ ਦੇ ਸੰਤਾਂ ਦੀ ਸੇਵਾ ਤੋਂ ਬਿਨਾਂ ਮਨੁੱਖ ਰੁੱਖੇ ਚਟਾਨ ਸਮਾਨ ਹੈ। ਉਹਨਾਂ ਦੀ ਸੇਵਾ ਕਰਕੇ ਉਹ ਪਰਮੇਸ਼ਰ ਬਣ ਜਾਂਦਾ ਹੈ। ਗੁਰੂ ਹਰਗੋਬਿੰਦ ਜੀ ਦੇ ਪਿੱਛੇ ਭਾਵੇਂ ਸ਼ਾਹੀ ਫੌਜ ਦੇ ਦਸਤੇ ਲੱਗੇ ਰਹਿੰਦੇ ਸਨ ਅਤੇ ਉਹਨਾਂ ਤੋਂ ਲਗਾਤਾਰ ਖਤਰਾ ਬਣਿਆ ਰਹਿੰਦਾ ਸੀ, ਫਿਰ ਵੀ ਗੁਰੂ ਜੀ ਬੜੇ ਸ਼ਾਂਤ ਸੁਭਾਅ ਅਤੇ ਇਕਾਗਰ ਚਿੱਤ ਬਿਰਤੀ ਵਿੱਚ ਵਿਚਰਦੇ ਸਨ। ਜਦੋਂ ਗੁਰੂ ਜੀ ਦਾ ਇਤਬਾਰੀ ਜਰਨੈਲ ਪੈਂਦੇ ਖਾਨ, ਜਿਸ ਨੂੰ ਗੁਰੂ ਜੀ ਨੇ ਬਚਪਨ ਤੋਂ ਹੀ ਸਿੱਖਿਆ ਦੇ ਕੇ ਆਪਣਾ ਚਹੇਤਾ ਘੋੜਸਵਾਰ ਬਣਾਇਆ ਸੀ, ਉਹਨਾਂ ਦਾ ਵਿਰੋਧੀ ਬਣ ਗਿਆ ਅਤੇ ਸ਼ਾਹਜਹਾਨ ਦੀ ਫੌਜ ਨਾਲ ਰਲ ਕੇ ਵੈਰੀ ਸੈਨਾ ਦਾ ਸਿਪਾਹ ਸਾਲਾਰ ਬਣ ਕੇ ਗੁਰੂ ਜੀ ਉੱਤੇ ਚੜ੍ਹਾਈ ਕਰਕੇ ਆਇਆ ਤਾਂ ਗੁਰੂ ਜੀ ਨਿਤ ਵਾਂਗ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਅਤੇ ਆਨੰਦ ਸਾਹਿਬ ਦਾ ਕੀਰਤਨ ਕੀਤਾ। ਜਦੋਂ ਆਪ ਬਾਣੀ ਦਾ ਕੀਰਤਨ ਕਰ ਰਹੇ ਸਨ ਅਤੇ ਅਰਦਾਸ ਵਿੱਚ ਜੁੜੇ ਬੈਠੇ ਸਨ ਤਾਂ ਸਿੱਖ ਜਰਨੈਲਾਂ ਨੇ ਮੁਗਲ ਸੈਨਾ ਦੇ ਆਉਣ ਦੀ ਖਬਰ ਉਤਾਵਲਿਆਂ ਹੋ ਕੇ ਸੁਣਾਈ। ਗੁਰੂ ਜੀ ਨੇ ਫਰਮਾਇਆ, ਸ਼ਾਂਤ ਰਹੋ, ਡਰਨ ਦੀ ਕੋਈ ਲੋੜ ਨਹੀਂ, ਸਭ ਕੁਝ ਸਿਰਜਣਹਾਰ ਦੀ ਰਜ਼ਾ ਵਿੱਚ ਹੀ ਹੁੰਦਾ ਹੈ। ਇੱਕ ਵਾਰ ਪੈਂਦੇ ਖਾਨ ਤੇ ਗੁਰੂ ਹਰਗੋਬਿੰਦ ਜੀ ਲੜਾਈ ਵਿੱਚ ਆਮੋ ਸਾਹਮਣੇ ਆ ਡਟੇ। ਅਕਿਰਤ ਘਣ ਪੈਂਦੇ ਖਾਨ ਨੇ ਸਤਿਗੁਰੂ ਜੀ ਨੂੰ ਨਿਰਾਦਰੀ ਭਰੇ ਬੋਲ ਬੋਲੇ ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਪੈਂਦੇ ਖਾਂ, ਕਬੋਲ ਕਿਉਂ ਬੋਲਦਾ ਹੈ?
ਜਦੋਂ ਤੇਰੇ ਹੱਥ ਵਿੱਚ ਤਲਵਾਰ ਹੈ ਅਤੇ ਮੈਂ ਤੈਨੂੰ ਪਹਿਲਾਂ ਵਾਰ ਕਰਨ ਦੀ ਖੁੱਲ੍ਹ ਦਿੰਦਾ ਹਾਂ। ਪੈਂਦੇ ਖਾਨ ਨੇ ਝੁਕ ਕੇ ਗੁਰੂ ਜੀ ਉੱਤੇ ਤਲਵਾਰ ਦਾ ਵਾਰ ਕੀਤਾ, ਜਿਸ ਨੂੰ ਉਹਨਾਂ ਨੇ ਬਚਾ ਲਿਆ। ਪੈਂਦੇ ਖਾਨ ਦਾ ਦੂਜਾ ਵਾਰ ਵੀ ਖਾਲੀ ਗਿਆ। ਗੁਰੂ ਜੀ ਆਪਣੇ ਪੁਰਾਣੇ ਤੇ ਪਿਆਰੇ ਸੇਵਕ ਨਾਲ ਚੋਜ ਕਰ ਰਹੇ ਸਨ ਅਤੇ ਉਸ ਦੀ ਅੰਤਰ ਆਤਮਾ ਜਾਗ ਪਾਵੇ ਤੇ ਉਸ ਨੂੰ ਆਪਣੀ ਕੀਤੀ ਭੁੱਲ ਦਾ ਅਹਿਸਾਸ ਹੋਵੇ। ਪਰ ਪੈਂਦੇ ਖਾਨ ਦਾ ਕ੍ਰੋਧ ਵੱਧਦਾ ਤੇ ਬੇਕਾਬੂ ਹੁੰਦਾ ਗਿਆ। ਹੁਣ ਉਸ ਦੇ ਵਾਰ ਖਤਰਨਾਕ ਹੋਣ ਲੱਗੇ। ਇਸ ਉੱਤੇ ਗੁਰੂ ਜੀ ਨੇ ਵਾਰ ਕੀਤਾ ਤੇ ਉਹ ਡਿੱਗ ਪਿਆ। ਇਸ ਵਾਰ ਨਾਲ ਉਸ ਅੰਦਰ ਪੁਰਾਣੀ ਮੁਰੀਦ ਹੋਣ ਦੀ ਭਾਵਨਾ ਜਾਗ ਪਈ ਅਤੇ ਜਦੋਂ ਉਹ ਮਰਨਾਊ ਪਿਆ ਸੀ ਤਾਂ ਗੁਰੂ ਜੀ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਅਤੇ ਉਸ ਨੂੰ ਮੁੜ ਆਪਣੀ ਕਿਰਪਾ ਦਾ ਪਾਤਰ ਬਣਾ ਲਿਆ। ਗੁਰੂ ਹਰਗੋਬਿੰਦ ਜੀ ਦੇ ਜੀਵਨ ਕਾਲ ਵਿੱਚ ਪੈਂਦੇ ਖਾਨ ਦੀ ਮੌਤ ਬੜੀ ਦਰਦਨਾਕ ਝਾਕੀ ਹੈ। ਜਦੋਂ ਗੁਰੂ ਜੀ ਨੇ ਉਸ ਨੂੰ ਆਪਣੀ ਗੋਦ ਵਿੱਚ ਲੈ ਕੇ ਉਸ ਦੇ ਮੂੰਹ ਤੇ ਪੈਂਦੀ ਧੁੱਪ ਨੂੰ ਰੋਕਣ ਲਈ ਆਪਣੀ ਢਾਲ ਦੀ ਛਾਂ ਕੀਤੀ ਹੋਈ ਸੀ ਤਾਂ ਆਪ ਨੇ ਬੜੇ ਪ੍ਰੇਮ ਭਰੇ ਸਵਰ ਵਿੱਚ ਉਸ ਨੂੰ ਸੰਬੋਧਨ ਕਰਕੇ ਕਿਹਾ, ਪੈਂਦੇ ਖਾਨ, ਤੂੰ ਮੁਸਲਮਾਨ ਹੈ ਅਤੇ ਸ਼ਰਨ ਲੱਗਾ ਹੈ, ਇਸ ਲਈ ਆਪਣਾ ਕਲਮਾ ਪੜ੍ਹ। ਪੈਂਦੇ ਖਾਨ ਦੀ ਪੂਰਨ ਤੌਰ ਤੇ ਜਾਗੀ ਹੋਈ ਸੁਰਤ ਨੇ ਉੱਤਰ ਵਿੱਚ ਕਿਹਾ, ਸਾਹਿਬਾ, ਤੇਰੀ ਤਲਵਾਰ ਨੇ ਤਾਂ ਪਹਿਲਾਂ ਹੀ ਮੇਰੀ ਰਸਨਾ ਉੱਤੇ ਅੰਮ੍ਰਿਤ ਵਰਖਾ ਕਰ ਦਿੱਤੀ ਹੈ। ਦੀਨ ਦਿਆਲ, ਤੇਰੀ ਤਲਵਾਰ ਦਾ ਘਾਹ ਵੀ ਹੁਣ ਮੇਰਾ ਕਲਮਾ ਹੈ। ਗੁਰੂ ਹਰਗੋਬਿੰਦ ਜੀ ਦੇ ਪੋਤਰੇ ਹਰ ਰਾਏ ਜੀ ਬੜਾ ਵੱਡਾ ਚੋਗਾ ਪਾਉਂਦੇ ਸਨ। ਇੱਕ ਵਾਰ ਜਦੋਂ ਉਹ ਗੁਰੂ ਹਰਗੋਬਿੰਦ ਜੀ ਦੇ ਬਾਗ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਦੇ ਚੋਗੇ ਦੀਆਂ ਤਣੀਆਂ ਨੂੰ ਵੱਜ ਕੇ ਇੱਕ ਫੁੱਲ ਆਪਣੀ ਟਹਿਣੀ ਤੋਂ ਟੁੱਟ ਕੇ ਡਿੱਗ ਪਿਆ। ਸ੍ਰੀ ਗੁਰੂ ਜੀ ਨੇ ਇਹ ਵੇਖ ਕੇ ਹਰ ਰਾਏ ਜੀ ਨੂੰ ਕਿਹਾ, ਪੁੱਤਰ, ਸਦਾ ਸੰਭਲ ਕੇ ਤੁਰਨਾ ਚਾਹੀਦਾ ਹੈ। ਮਤਾਂ ਕਿਤੇ ਤੁਸੀਂ ਕਿਸੇ ਜੁੜੀ ਆਤਮਾ ਦੀ ਬਿਰਤੀ ਨੂੰ ਤੋੜ ਦਿਓ ਅਤੇ ਉਸ ਨੂੰ ਪਰਮੇਸ਼ਰ ਵੱਲੋਂ ਇੰਝ ਝੰਜੋੜ ਦਿਓ ਜਿਵੇਂ ਤੁਸਾਂ ਇਸ ਫੁੱਲ ਨੂੰ ਟਾਹਣੀ ਨਾਲੋਂ ਤੋੜ ਦਿੱਤਾ ਹੈ। ਇਸ ਘਟਨਾ ਤੋਂ ਪਿੱਛੋਂ ਸ੍ਰੀ ਹਰ ਰਾਏ ਜੀ ਆਪਣੀ ਸਾਰੀ ਆਯੂ ਆਪਣੇ ਚੋਗੇ ਦੀਆਂ ਤਣੀਆਂ ਨੂੰ ਜਿੱਥੇ ਜਾਂਦੇ ਆਪਣੇ ਹੱਥਾਂ ਵਿੱਚ ਸੰਭਾਲ ਕੇ ਹੀ ਤੁਰਦੇ। ਗੁਰੂ ਹਰਗੋਬਿੰਦ ਜੀ ਨੇ ਹਰ ਰਾਏ ਜੀ ਵਿੱਚ ਗੁਰੂ ਨਾਨਕ ਦੀ ਆਤਮਾ ਨੂੰ ਲੱਭ ਲਿਆ। ਇਸ ਵਾਰ ਵਧੇਰੇ ਸੂਖਮ ਤੇ ਰਹੱਸਮਈ ਰੂਪ ਵਿੱਚ ਉਹ ਪ੍ਰਜਵਲਿਤ ਸੀ। ਕੀਰਤਪੁਰ ਵਿਖੇ ਗੁਰੂ ਹਰਗੋਬਿੰਦ ਜੀ ਨੇ ਹਰ ਰਾਏ ਜੀ ਨੂੰ ਗੁਰਗੱਦੀ ਬਖਸ਼ੀ ਅਤੇ ਇੱਥੇ ਹੀ ਆਪ ਜੋਤੀ ਜੋਤ ਸਮਾ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਮੌਜੂਦ ਉਹਨਾਂ ਦੇ ਅਨੇਕ ਸੇਵਕਾਂ ਨੇ ਲਿਖਿਆ ਹੈ ਕਿ ਉਸ ਸਮੇਂ ਆਕਾਸ਼ ਦਾ ਰੰਗ ਸੂਹਾ ਹੋ ਗਿਆ ਸੀ ਅਤੇ ਗਗਨ ਮੰਡਲਾਂ ਵਿੱਚ ਲੱਖਾਂ ਦੇਵਤੇ ਮਿਲ ਕੇ ਆਰਤੀ ਉਤਾਰਦੇ ਤੇ ਆਨੰਦ ਵਿੱਚ ਖੁਸ਼ੀ ਦਾ ਗੀਤ ਗਾਉਂਦੇ ਸੁਣਾਈ ਦਿੰਦੇ ਸਨ। ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਬਚਨ ਕੀਤੇ, ਸੋਗ ਨਹੀਂ ਕਰਨਾ, ਖੁਸ਼ੀ ਮਨਾਉਣਾ ਕਿ ਅਸੀਂ ਆਪਣੇ ਅਸਲੀ ਘਰ ਜਾ ਰਹੇ ਹਾਂ। ਜੋ ਮੇਰੇ ਬਚਨਾਂ ਨੂੰ ਮੰਨੇਗਾ ਮੈਨੂੰ ਸਦਾ ਪਿਆਰਾ ਹੋਵੇਗਾ। ਗੁਰੂ ਦੇ ਸ਼ਬਦਾਂ ਵਿੱਚ ਹੀ ਉਸ ਦੀ ਪਰਮ ਸੁੰਦਰਤਾ ਹੈ। ਹੇ ਮੇਰੇ ਸਿੱਖੋ, ਆਪਣੇ ਹਿਰਦਿਆਂ ਨੂੰ ਪਰਮੇਸ਼ਰ ਦੇ ਨਾਮ ਨਾਲ ਭਰਪੂਰ ਕਰੋ ਅਤੇ ਉਸ ਦੀ ਅਖੁੱਟ ਤੇ ਨਿਤ ਵੱਧਦੀ ਦੈਵੀ ਮਸਤੀ ਵਿੱਚ ਮਖਮੂਰ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।